हाँ जी प्यारे साथियों, सत श्री अकाल सारिਆਂ ਨੂੰ। ਤੇ ਆਪਾਂ ਜਿਹੜਾ ਵਾ 8ਵੀਂ ਕਲਾਸ ਦੀ ਜੀਓਗ੍ਰਾਫੀ ਕਰਦੇ ਪਏ ਆ, ਜਿਹੜੀ ਕਿ ਅੱਜ ਆਪਣੀ ਕੰਪਲੀਟ ਹੋ ਜਾਣੀ ਆ ਕਿਉਂਕਿ ਸਾਰੇ ਚੈਪਟਰ ਆਪਣੇ ਫਿਨਿਸ਼ ਹੋ ਚੁੱਕੇ ਆ। ਤੇ ਅੱਜ ਇਹ ਵਾਲਾ ਆਪਣਾ ਲਾਸਟ ਚੈਪਟਰ ਆ। ਇਹਦੇ ਨਾਲ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ, 6ਵੀਂ ਕਲਾਸ ਦੀ, 7ਵੀਂ ਕਲਾਸ ਦੀ ਤੇ 8ਵੀਂ ਕਲਾਸ ਦੀ ਜੀਓਗ੍ਰਾਫੀ ਜਿਹੜੀ ਆ ਕਿਹੜੀ NCERT ਦੀ ਜੀਓਗ੍ਰਾਫੀ, ਕਿਹੜੀ NCERT ਦੀ ਜੀਓਗ੍ਰਾਫੀ ਜਿਹੜੀ ਆਪਣੀ ਕੰਪਲੀਟ ਹੋ ਚੁੱਕੀ। ਅੱਜ ਇਹ ਆਪਣੀ ਲਾਸਟ ਵੀਡੀਓ ਆ ਕਿਉਂਕਿ ਇਹ ਲਾਸਟ ਕਨਸੈਪਟ ਰਹਿੰਦਾ ਸੀ। 6ਵੀਂ 7ਵੀਂ ਤੇ 8ਵੀਂ ਦੀ ਜੀਓਗ੍ਰਾਫੀ ਆਪਾਂ ਕਰ ਚੁੱਕੇ ਆ ਤੇ ਪਲੇਲਿਸਟ ਵੀ ਜਿਹੜੀਆਂ ਵਾ ਪ੍ਰੋਪਰ ਬਣੀਆਂ ਪਈਆਂ ਵਾ। ਪਲੇਲਿਸਟ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਣਗੀਆਂ। ਪਲੇਲਿਸਟ ਟੈਲੀਗ੍ਰਾਮ ਤੇ ਵੀ ਮੈਂ ਸਾਰੀਆਂ ਭੇਜੀਆਂ ਹੋਈਆਂ ਵਾ। 6ਵੀਂ ਦੀ 7ਵੀਂ ਦੀ ਤੇ 8ਵੀਂ ਦੀ ਜੀਓਗ੍ਰਾਫੀ NCERT ਆਪਾਂ ਕਰ ਚੁੱਕੇ ਆ। ਅੱਜ ਇਹ ਆਪਣੀ ਲਾਸਟ ਵੀਡੀਓ ਆ, ਠੀਕ ਆ। ਇਹ ਜਿਹੜਾ ਲਾਸਟ ਚੈਪਟਰ ਆ ਇਹਦੇ ਵਿੱਚ ਸਾਨੂੰ ਜਨਸੰਖਿਆ ਦੇ ਬਾਰੇ ਕਾਫੀ ਡਾਊਟ ਸਾਡੇ ਕਲੀਅਰ ਹੋਣਗੇ, ਠੀਕ ਆ। ਮਾਨਵੀ ਸੰਸਾਧਨ ਚੈਪਟਰ ਆ। ਮਾਨਵੀ ਸੰਸਾਧਨ ਕੋਈ ਇਹ ਨਹੀਂ ਵੀ ਜਿੱਦਾਂ ਕੋਈ ਮਿਨਰਲਸ ਆ, ਕੋਈ ਹੋਰ ਸਾਧਨ, ਉਹ ਚੀਜ਼ ਨਹੀਂ। ਇੱਥੇ ਮਾਨਵੀ ਸੰਸਾਧਨ ਦਾ ਮਤਲਬ ਇਹ ਆ ਕਿ ਮਾਨਵੀ ਸੰਸਾਧਨ ਉਹ ਮਤਲਬ ਕਿਸੇ ਦੇਸ਼ ਦੇ ਕੋਲ ਯੰਗਸਟ ਲੋਕ ਜ਼ਿਆਦਾ, ਉਹਨੂੰ ਆਪਾਂ ਕਹਾਂਗੇ ਕਿ ਮਾਨਵੀ ਸੰਸਾਧਨ ਦੇਸ਼ ਆ। ਮਤਲਬ ਜਿੱਥੇ ਯੰਗਰ ਜਿਹੜੇ ਆ ਉਹਨਾਂ ਦੀ ਜਨਸੰਖਿਆ ਘੱਟ ਆ, ਹਨਾ, ਮਤਲਬ ਕਿ 60 ਤੋਂ ਉੱਪਰ ਤੱਕ ਦੇ ਜ਼ਿਆਦਾ ਲੋਕ ਆ, ਉਹਨੂੰ ਆਪਾਂ ਮਾਨਵੀ ਸੰਸਾਧਨ ਵਾਲਾ ਦੇਸ਼ ਨਹੀਂ ਕਹਿ ਸਕਦੇ, ਠੀਕ ਆ। ਇਹ ਚੀਜ਼ ਆ, ਠੀਕ ਹੈ। ਇਹ ਆ 8ਵੀਂ ਕਲਾਸ ਦੀ ਜੀਓਗ੍ਰਾਫੀ ਲਾਸਟ ਚੈਪਟਰ। ਇਹਦੇ ਨਾਲ ਆਪਣੀ 6ਵੀਂ 7ਵੀਂ ਤੇ 8ਵੀਂ ਦੀ ਜੀਓਗ੍ਰਾਫੀ ਕੰਪਲੀਟ ਹੋ ਗਈ ਪੂਰਾ ਐਨਾਲਿਸਿਸ ਕਰਕੇ ਪੰਜਾਬ ਬੋਰਡ ਦੇ ਨਾਲ, ਠੀਕ ਆ। ਪਰ ਇਹ ਜਿਹੜਾ ਮਾਨਵੀ ਸੰਸਾਧਨ ਚੈਪਟਰ ਆ ਇਹ ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਕਿਤੇ ਵੀ ਨਹੀਂ ਹੈਗਾ, ਠੀਕ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਹੁਣ 6ਵੀਂ 7ਵੀਂ ਤੇ 8ਵੀਂ ਦੀ ਜੀਓਗ੍ਰਾਫੀ ਆਪਾਂ ਕਰ ਲਈ ਆ ਤੇ ਆਪਾਂ ਜੀਓਗ੍ਰਾਫੀ ਹੁਣ ਇੱਥੇ ਛੱਡ ਦੇਣੀ, ਨਹੀਂ। ਮੈਂ ਤੁਹਾਨੂੰ ਜੀਓਗ੍ਰਾਫੀ ਕਰਾਉਂਦੀ ਹੀ ਰਹਿਣਾ ਵਾ, ਆਪਾਂ ਛੱਡਣੀ ਵੀ ਨਹੀਂ ਆ। ਜਾਨੀ ਕਿ ਮੈਂ ਜੀਓਗ੍ਰਾਫੀ ਦੋ ਤਰੀਕਿਆਂ ਦੇ ਨਾਲ ਕਰਵਾਈ ਆ, ਪੰਜਾਬ ਬੋਰਡ ਤੋਂ ਵੀ, NCERT ਤੋਂ ਐਨਾਲਿਸਿਸ ਕਰਕੇ, ਯਾਨੀ ਕਿ 6ਵੀਂ 7ਵੀਂ ਤੇ 8ਵੀਂ ਦੀਆਂ ਕਿਤਾਬਾਂ ਤੋਂ ਵੀ ਕਰਵਾਈ ਆ। ਤੇ ਹੁਣ ਜੀਓਗ੍ਰਾਫੀ ਆਪਾਂ ਜੋ ਵੀ ਆਪਣੇ ਸਿਲੇਬਸ ਦੇ ਵਿੱਚ ਜੋ ਚੀਜ਼ਾਂ ਆਪਾਂ ਨੂੰ ਪੁੱਛੀਆਂ ਜਾਂਦੀਆਂ ਉਹ ਵੀ ਆਪਾਂ ਵੈਸੇ ਵੀ ਜੀਓਗ੍ਰਾਫੀ ਜਿਹੜੀ ਆਪਾਂ ਕਰਨੀ ਆ, ਠੀਕ ਆ। ਹੁਣ ਵੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਜਨਸੰਖਿਆ ਵਿਤਰਣ ਦਾ ਪ੍ਰਤੀਰੂਪ ਕਿਹਨੂੰ ਕਹਿੰਦੇ ਆ। ਮਤਲਬ ਭੂਮੀ ਦੇ ਜਿਸ ਭਾਗ ਤੇ ਲੋਕ ਫੈਲੇ ਹੋਣ। ਮਤਲਬ ਹੁਣ ਐਡੀ ਵੱਡੀ ਸਾਡੀ ਧਰਤੀ ਆ, ਪ੍ਰਿਥਵੀ ਆ, ਤੇ ਧਰਤੀ ਦੇ ਜਿਹੜੇ ਹਿੱਸੇ ਤੇ ਭੂਮੀ ਦੇ ਜਿੱਥੇ ਜ਼ਿਆਦਾ ਲੋਕ ਵਸੇ ਹੋਣ, ਫੈਲੇ ਹੋਣ, ਉਹਨੂੰ ਅਸੀਂ ਕੀ ਕਹਿੰਦੇ ਆ, ਜਨਸੰਖਿਆ ਵਿਤਰਣ ਦਾ ਪ੍ਰਤੀਰੂਪ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਵੇਖੋ, ਵਿਸ਼ਵ ਦੀ 90% ਜਨਸੰਖਿਆ, ਠੀਕ ਹੈ, ਭੂਮੀ ਦੇ ਕਿੰਨੇ ਪ੍ਰਤੀਸ਼ਤ ਹਿੱਸੇ ਤੇ ਰਹਿੰਦੀ ਆ, ਸਿਰਫ 30%। ਵੇਖੋ ਸਾਡੀ ਕਿੰਨੀ ਵੱਡੀ ਧਰਤੀ ਆ, ਸਾਡੀ ਧਰਤੀ ਦਾ ਸਿਰਫ 30% ਹਿੱਸਾ ਕਵਰ ਕਰਦਾ ਵਾ ਪੂਰੇ ਸੰਸਾਰ ਦੇ ਲੋਕ, ਪੂਰੇ ਵਰਲਡ ਦੇ, ਪੂਰੇ ਵਿਸ਼ਵ ਦੇ ਲੋਕ ਕਿੱਥੇ ਵਾਸ ਕਰਦੇ ਆ, ਧਰਤੀ ਦੇ ਸਿਰਫ 30% ਹਿੱਸੇ ਤੇ। ਮੋਸਟ ਇੰਪੋਰਟੈਂਟ ਲਾਈਨ ਆ, ਇਹਨੂੰ ਤੁਸੀਂ ਨੋਟ ਕਰਦੇ ਜਾਓ, ਠੀਕ ਆ। ਉਸ ਤੋਂ ਬਾਅਦ ਹੈਗਾ ਵਾ ਕੁਝ ਖੇਤਰ ਸੰਘਣੇ ਆ ਤੇ ਕੁਝ ਖੇਤਰ ਵਿਰਲੇ ਹੁੰਦੇ ਆ। ਮਤਲਬ ਜੇਕਰ ਆਪਾਂ ਲੋਕਾਂ ਦੀ ਗੱਲ ਕਰੀਏ ਵੀ ਜਿੱਥੇ ਜਿੱਥੇ ਲੋਕ ਵਸੇ ਆ, ਹੁਣ ਕਈ ਜਿੱਦਾਂ ਹੁਣ ਮੈਂ ਤੁਹਾਨੂੰ ਕਰਵਾਇਆ ਸੀਗਾ ਐਮਾਜ਼ੋਨ ਬੇਸਨ ਮੈਂ ਜੀਵਨ, ਹਨਾ, ਗੰਗਾ ਬ੍ਰਹਮਪੁੱਤਰ ਬੇਸਨ ਮੈਂ ਜੀਵਨ, ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਐਮਾਜ਼ੋਨ ਬੇਸਨ ਦੇ ਵਿੱਚ ਲੋਕੀ ਬਹੁਤ ਘੱਟ ਰਹਿੰਦੇ ਆ, ਪਰ ਗੰਗਾ ਬ੍ਰਹਮਪੁੱਤਰ ਬੇਸਨ ਦੇ ਵਿੱਚ ਜਨਸੰਖਿਆ ਸੰਘਣੀ ਆ। ਕਿਉਂ? ਕਿਉਂਕਿ ਹੁਣ ਗੰਗਾ ਬ੍ਰਹਮਪੁੱਤਰ ਮੈਦਾਨੀ ਏਰੀਆ ਵਾ, ਇੱਥੋਂ ਦੀ ਧਰਤੀ ਬੜੀ ਉਪਜਾਊ ਆ, ਇੱਥੋਂ ਦੇ ਲੋਕੀ ਖੇਤੀ ਆਰਾਮ ਨਾਲ ਕਰ ਸਕਦੇ ਆ। ਗੰਗਾ ਬ੍ਰਹਮਪੁੱਤਰ ਬੇਸਨ ਦੇ ਵਿੱਚ ਅਸੀਂ ਵੀ ਆਉਣੇ ਆ। ਸਾਰੇ ਟੌਪਿਕ ਮੈਂ ਬਹੁਤ ਡਿਟੇਲ ਦੇ ਨਾਲ ਜਿਹੜੇ ਆ ਕਰਵਾ ਚੁੱਕੀ ਆ ਕਿ ਮਤਲਬ ਕੁਝ ਖੇਤਰ ਸੰਘਣੇ ਹੁੰਦੇ, ਕੁਝ ਵਿਰਲੇ ਹੁੰਦੇ, ਮਤਲਬ ਕਿਤੇ ਜਨਸੰਖਿਆ ਸੰਘਣੀ ਹੁੰਦੀ, ਕਿਤੇ ਜਨਸੰਖਿਆ ਵਿਰਲੀ ਹੁੰਦੀ ਆ। ਵੇਖੋ, ਨੋਟ ਕਰਦੇ ਜਾਇਓ। ਦੱਖਣੀ ਪੂਰਬੀ ਏਸ਼ੀਆ, ਯੂਰਪ, ਉੱਤਰੀ ਪੂਰਬੀ ਅਮਰੀਕਾ, ਇੱਥੇ ਆਬਾਦੀ ਸੰਘਣੀ ਆ। ਕਿਉਂ? ਕਿਉਂਕਿ ਇੱਥੇ ਜਿਹੜਾ ਕਲਾਈਮੇਟ ਆ, ਜਲਵਾਯੂ ਆ, ਉਹ ਬਹੁਤ ਜ਼ਿਆਦਾ ਵਧੀਆ, ਹਨਾ। ਇਹਦੇ ਓਪੋਜ਼ਿਟ ਉੱਚ ਅਕਸ਼ਾਂਸ਼, ਮਤਲਬ ਧੁਰਿਆਂ ਦੇ ਉੱਤੇ ਊਸ਼ਣ ਕਟਿਬੰਧੀ ਇਲਾਕੇ, ਮਾਰੂਥਲੀ ਇਲਾਕੇ, ਰੇਤਲਾ ਕੋਈ ਇਲਾਕਾ ਜਿੱਥੇ ਮੀਂਹ ਵਗੈਰਾ ਘੱਟ ਪੈਂਦੇ ਆ, ਪਰਬਤੀ ਹਿੱਸਿਆਂ ਵੱਲ, ਭੂ ਮੱਧ ਰੇਖਾ ਦੇ ਖੇਤਰ ਵਿੱਚ ਜਿਹੜੇ ਏਰੀਏ ਆਉਂਦੇ ਆ ਉੱਥੇ ਜਨਸੰਖਿਆ ਸੰਘਣੀ ਨਹੀਂ ਹੋਊਗੀ, ਉੱਥੇ ਜਨਸੰਖਿਆ ਵਿਰਲੀ ਹੋਊਗੀ। ਹੁਣ ਕਾਰਨ ਕੀ? ਵੇਖੋ, ਆ ਜਿਹੜੀ ਸਾਡੀ ਧਰਤੀ ਆ, ਜਿਹੜੇ ਸਾਡੇ ਧੁਰੇ ਆ, ਆਹ ਵਾਲੇ ਧੁਰੇ ਆ, ਹੁਣ ਇੱਥੇ ਸੂਰਜ ਦੀ ਰੋਸ਼ਨੀ ਜਿਹੜੀ ਜਮਾ ਨਹੀਂ ਪੈਂਦੀ। ਇਹ ਚੀਜ਼ਾਂ ਮੈਂ ਤੁਹਾਨੂੰ ਸਾਰੀਆਂ ਕਰਾ ਚੁੱਕੀ ਨਾ। ਹੁਣ ਇੱਥੇ ਸਾਰਾ ਸਾਲ ਕੀ ਆ, ਬਰਫ਼ ਜੰਮੀ ਰਹਿੰਦੀ, ਸਾਰਾ ਸਾਲ ਇਹਨਾਂ ਧੁਰਿਆਂ ਤੇ ਬਰਫ਼ ਜੰਮੀ ਰਹਿੰਦੀ। ਇਹੀ ਕਾਰਨ ਆ ਵੀ ਇੱਥੇ ਲੋਕਾਂ ਦੀ ਜਨਸੰਖਿਆ ਘੱਟ ਆ। ਹੁਣ ਵੇਖੋ,
उस तो बाद जिहड़ा अपना आ सेंटर वाला एरिया आंदा ट्रॉपिक जोन आ जांदा, भूमध रेखा दा एरिया ट्रॉपिक जोन। हुण इत्थे सब तो ज़्यादा गर्मी है क्योंकि सूरज दीयां किरणां सिद्धियां पैंदियां, ते जिथे ज़्यादा गर्मी होगी उत्थे भी लोग घट होणगे, जिथे ठंड ज़्यादा होगी उत्थे भी लोग घट होणगे। इस चीज़ नूं ध्यान दे विच तुसीं रखना वा, ठीक है। जेकर ज़्यादा संघनी आबादी पुछिया जाए कित्थे आ, महाद्वीपां दे विच पूर्वी एशिया, यूरोप, उत्तरी पूर्वी अमरीका, ते इत्थे की आ आबादी जिहड़ी आ जनसंख्या दी वो बहुत ही ज़्यादा की आ संघनी आ। इस चीज़ नूं तुसीं ध्यान दे विच रखियो। उस तो बाद देखो विश्व की कुल जनसंख्या का लगभग 3/4 हिस्सा सिर्फ 2 महाद्वीपां एशिया अते अफ्रीका, यानी कि ये सानू की कहने की कोशिश कर रहे हैं, ये सानू ये कह रहे हैं कि पूरे विश्व की पूरे वर्ल्ड की ज़्यादातर जनसंख्या सिर्फ 2 महाद्वीपां विच निवास करती है। किहड़े किहड़े महाद्वीप है? एशिया महाद्वीप ते अफ्रीका महाद्वीप। ये जिहड़े 2 महाद्वीप आ इन्हां दे विच सब तो ज़्यादा जनसंख्या निवास करती आ। हुण जदों महाद्वीपां की गल आ जे ते ये जिहड़ा कंसैप्ट मैं पहलां भी करवा चुकी हाँ ट्रिक दे नाल। मैं तुहानूं कहा सी कि सानू दोवें तरीके दे नाल जिहड़े महाद्वीप है वो पता होने चाहिए आ। खेत्रफल के अकॉर्डिंग वड्डा किहड़ा वा ते जनसंख्या के अकॉर्डिंग वड्डा किहड़ा वा। खेत्रफल के अकॉर्डिंग सब तो छोटा किहड़ा वा, जनसंख्या के अकॉर्डिंग सब तो छोटा किहड़ा वा। इस तरीके दे नाल हुण वेखो आपां जिहड़े महाद्वीप आ उन्हां नूं 2 तरीके दे नाल पढ़ना, क्योंकि महाद्वीपां दी गल आ गई इहदा मतलब सानू सारे महाद्वीपां बारे डिटेल दे नाल पता होना चाहिए वा। जदों खेत्रफल की गल आ जे एशिया महाद्वीप सब तो वड्डा वा खेत्रफल के अकॉर्डिंग भी, ते जनसंख्या के अकॉर्डिंग भी जिहड़ा वा एशिया ही सब तो वड्डा वा। दूजे नंबर ते अफ्रीका खेत्रफल के अकॉर्डिंग दूजे नंबर ते आउंदा एशिया नालों, ते जनसंख्या के अकॉर्डिंग भी दूजे नंबर ते आउंदा वा। हुण मैं तुहानूं कहा भी दोवें तरीके दे नाल याद रखना, पर 2 महाद्वीप एशिया ते अफ्रीका सानूं याद रखने बहुत ईजी आ, क्योंकि चाहे खेत्रफल के अकॉर्डिंग पुछ लैण, चाहे सानूं जनसंख्या के अकॉर्डिंग पुछ लैण, एशिया अफ्रीका जनसंख्या के खेत्रफल के अकॉर्डिंग सेम ही आने आ। ते सब तो घैंट चीज़ ये भी सानू क्वेश्चन भी ज़्यादा एशिया अफ्रीका तो ही पूछे जाते हैं। ते दूजी चीज़ ये कि चाहे तुसी खेत्रफल के अकॉर्डिंग गल कर लो, जनसंख्या के अकॉर्डिंग कर लो, पहले नंबर ते एशिया आना ते दूजे नंबर ते अफ्रीका आना वा, पर उस तो बाद कुछ चेंज हो जाते आ। खेत्रफल के अकॉर्डिंग तीजे नंबर ते उत्तरी अमरीका वा, ठीक है। पर जदों असी जनसंख्या के अकॉर्डिंग गल करिए तो तीजे नंबर ते यूरोप आउंदा वा। मैं अगे तुहानूं ट्रिक भी दस दिन्नी आ, ठीक है, भी इनू तुसीं याद किद्दां रखना। ते पहलां भी मैं ट्रिक जिहड़ी करवाई, पहलां भी किसी वीडियो में मैं करवाया, मैनूं याद नहीं आ भी वो वीडियो कित्थे आ, हुण चैनल ते पई होनी है, लभ लिओ, ठीक है। दक्षिणी अमरीका खेत्रफल के अकॉर्डिंग चौथे नंबर ते दक्षिणी अमरीका आ जांदा वा, पर जदों असीं चौथे नंबर ते जनसंख्या के अकॉर्डिंग गल करिए तो इत्थे साडा की आ जांदा वा, उत्तरी अमरीका आ जांदा वा। उस तो बाद जेकर असीं खेत्रफल के अकॉर्डिंग गल करिए 5वें नंबर ते, तो 5वें नंबर ते साडा अंटार्कटिका आ जांदा वा। पर जेकर असीं जनसंख्या के अकॉर्डिंग गल करिए तो जनसंख्या के अकॉर्डिंग साडा 5वें नंबर ते दक्षिणी अमरीका आ जांदा वा, ठीक है। उस तो बाद देखो जेकर खेत्रफल के अकॉर्डिंग गल करिए तो यूरोप इत्थे कित्थे चले गया, 6वें नंबर ते चले गया। पर जनसंख्या के अकॉर्डिंग कित्थे सी, तीजे नंबर ते ही। खेत्रफल के अकॉर्डिंग किन्ने ते आ, 6वें ते आ, ठीक है। ते पर इत्थे 6वें नंबर ते कौन पिया वा, आस्ट्रेलिया, जिहड़ा कि खेत्रफल के अकॉर्डिंग सब तो एंड ते आ। उस तो बाद जेकर आपां गल करिए कि जनसंख्या के अकॉर्डिंग जिहड़ा अपना महाद्वीप आ वो लास्ट ते किहड़ा आउंदा वा, अंटार्कटिका आउंदा। हुण मैं तुहानूं इहदी ट्रिक दसदी हां, ट्रिक सुन लो भी इनू तुसीं याद किद्दां रखना। इधर देखो तुसीं लिखना वा 1 2 3 4 5 6 7। ਇਹ ਤੁਸੀਂ ਹਿਸਾਬ ਲਾਉਣਾ, ਤੁਹਾਨੂੰ ਇੱਕ ਤਰੀਕੇ ਦੇ ਨਾਲ ਯਾਦ ਰੱਖਣਾ ਪੈਣਾ, ਮਤਲਬ ਤੁਹਾਨੂੰ ਦੋਵਾਂ ਤਰੀਕਿਆਂ ਦੇ ਨਾਲ ਤੁਸੀਂ ਇਹਨੂੰ ਯਾਦ ਨਹੀਂ ਰੱਖਣਾ। ਤੁਸੀਂ ਕੀ ਕਰਨਾ ਵਾ, ਤੁਹਾਨੂੰ ਜਿੱਦਾਂ ਸੌਖਾ ਲੱਗਦਾ, ਜਾਂ ਤਾਂ ਤੁਸੀਂ ਖੇਤਰਫਲ ਵਾਲੀ ਲੜੀ ਯਾਦ ਰੱਖ ਲਓ, ਜਾਂ ਤੁਸੀਂ ਜਨਸੰਖਿਆ ਵਾਲੀ ਯਾਦ ਰੱਖ ਲਓ, ਦੋਨਾਂ ਵਿੱਚੋਂ ਇੱਕ। ਕਲੀਅਰ। ਹੁਣ ਵੇਖੋ ਮੈਂ ਫॉर एग्जांपल मैं ਖੇਤਰਫਲ ਦੇ ਅਕੋਰਡਿੰਗ ਯਾਦ ਰੱਖਣਾ ਚਾਹੁੰਦੀ ਹਾਂ। ਵੇਖੋ ਮੈਂ ਕੀ ਕੀਤਾ, ਮੈਂ ਇੱਥੇ ਲਿਖ ਲਿਆ ਵੀ ਖੇਤਰਫਲ ਦੇ ਅਕੋਰਡਿੰਗ ਮਹਾਦੀਪ, ਲਿਖ ਲਿਆ। ਵੇਖੋ मैं ਤੁਹਾਨੂੰ ट्रिक दस रही हाँ, वेखो इत्थे साडा आ गया
एक नंबर ते मैं लिख लिया एशिया, दूजे नंबर ते मैं लिख लिया अफ्रीका है, तीजे नंबर ते मैं लिख लिया उत्तरी अमरीका, चौथे नंबर ते मैं लिख लिया दक्षिणी अमरीका है, पंजवें नंबर ते मैं लिख लिया अंटार्कटिका है ना, छेवें नंबर ते मैं लिख लिया यूरोप, फिर मैं सतवें नंबर ते लिख लिया आस्ट्रेलिया। हुण ट्रिक किद्दां बनाउणी आ देखो, हुण इहदा मतलब ये भी तुहानूं खेत्रफल के अकॉर्डिंग याद आ ते इस तरीके दे नाल तुसीं लिख लिया, खेत्रफल के अकॉर्डिंग लिख लिया 1 2 3 4 5 6 7। हुण वेखो, हुण तुसीं जिहड़ा जनसंख्या वाला वा वो याद रखना, किद्दां रखना इधर देखो, तुसीं की करना वा, तुसीं आ नहीं करना, तुसीं की करना वा वेखो, एशिया ते अफ्रीका 1 2 3 1 मिनट, एशिया ते अफ्रीका यानी कि 1 नंबर ते 2 नंबर सेम आ गए, एशिया ते अफ्रीका क्योंकि जनसंख्या दे एशिया ते अफ्रीका सेम ही है ना। हुण वेखो साडा जिहड़ा तीजे नंबर वाला किहड़ा साडा उत्तरी अमरीका, उत्तरी अमरीका साडा किन्ने ते आ 1 2 3 4 यानी कि इत्थे साडा 4 पहला आ गया, उस तो बाद देखो साडा हैगा वा अगे चौथे नंबर ते दक्षिणी अमरीका, इत्थे असीं दक्षिणी अमरीका वेखांगे किन्ने नंबर ते आ 1 2 3 4 5 यानी कि 4 तो बाद साडा आ गया 5, ठीक है। उस तो बाद साडा हैगा वा आपां वेखना वा 1 2 3 4 5, पंजवें नंबर ते अंटार्कटिका वा, ते इत्थे असीं वेखांगे पंजवें नंबर ते की आउंदा पहला दूजा तीजा चौथा, पहला दूजा तीजा चौथा पंजवां, ते इत्थे साडा आ रहा वा हाँ 1 मिनट यूरोप एशिया यूरोप अमरीका नहीं यूरोप रह गया है ना तीजे नंबर ते, 1 मिनट की हो गया मैं आप ही कन्फ्यूज हो गई, 1 मिनट देखो एक खेत्रफल के अकॉर्डिंग असीं याद रख लिया है ना कि पहले नंबर ते एशिया वा अफ्रीका वा उत्तरी अमरीका, यानी कि मैनूं खेत्रफल के अकॉर्डिंग याद आ, मैं की करना वा पहला आ गया एशिया है ना, दूजा आ गया साडा दक्षिणी अमरीका, मैं जनसंख्या के अकॉर्डिंग याद रखना वा। हुण वेखो एशिया अफ्रीका, हुण वेखो तीजे नंबर ते की आ यूरोप आ, ते इत्थे तीजे नंबर ते की आ उत्तरी अमरीका वा। हुण ट्रिक की बनूगी कि इत्थे असीं की कर लेना वा जिहड़ा साडा यूरोप आ, यूरोप नूं जिहड़ा वा असीं की कर लेना वा इत्थे असीं इहनूं कर लेना वा तीजे नंबर ते। क्लीयर, इस तरीके दे नाल याद रखना, मतलब कि आ जिहड़ी तुहाडी गिनती है ना 1 2 3 है ना 4 5 6 7 इदां करके जिहड़ा वा तुसीं सीक्वेंस याद रख लेना वा। करना की आ हुण वेखो आ खेत्रफल दे अकॉर्डिंग आ है ना, खेत्रफल दे अकॉर्डिंग हो गया ते आ हो गया जनसंख्या दे अकॉर्डिंग, ठीक है। हुण मैं इत्थे तुहानूं दस्सण दी कोशिश करदी आ, पहला दूजा ते इत्थे साडा चौथा पहला आ गया, जिद्दां छेवां पहला आ गया, फिर सतवां पहला आ गया, फिर अठवां पहला आ गया, इदां तुहाडा जनसंख्या दे अकॉर्डिंग जिहड़ा वा इदां जिहड़ी आ ट्रिक बन जानी आ। ते जे ट्रिक तुहानूं कॉम्प्लीकेटेड लगदी आ फिर तुसीं सिद्धा दा सिद्धा भी याद रख सकदे हो, मैं तुहानूं तरीका दसता भी तुसीं किस तरीके दे नाल जिहड़ा वा इहनूं याद रख सकदे आ, ठीक है। उस तो बाद जिहड़ा वा एक चीज़ होर एशिया ते अफ्रीका दे बारे जिहड़ी याद रखनी आ ਉਹ चीज़ ये आ, मैं तुहानूं कहा भी ये दोवें महाद्वीप बहुत इंपोर्टेंट आ ते इन्हां नूं याद रखना भी सौखा वा, खेत्रफल के अकॉर्डिंग भी ते जनसंख्या के अकॉर्डिंग भी सीक्वेंस सेम ही है इन्हां दा, ठीक है। पूरे विश्व की 60% जिहड़ी संख्या वा मतलब पूरे विश्व की ਉਹ ਕਿੰਨਾ ਮਹਾਂਦੀਪਾਂ ਦੇ ਵਿੱਚ ਰਹਿੰਦੀ ਆ, ਇਹਨਾਂ ਮਹਾਂਦੀਪਾਂ ਦੇ ਵਿੱਚ ਰਹਿੰਦੀ ਆ, ਇਹਨਾਂ ਦੋਵਾਂ ਮਹਾਂਦੀਪਾਂ ਦੇ 10 ਦੇਸ਼ਾਂ ਦੇ ਵਿੱਚ ਇਹਨਾਂ ਸੌਰੀ ਇਹ ਜਿਹੜੇ ਆਪਣੇ ਦੇਸ਼ ਆ ਨਾ 10 ਦੇਸ਼ ਨਹੀਂ, ठीक है 10 करोड़ जनसंख्या 10 करोड़ जनसंख्या एशिया ते अफ्रीका दे देशां विच रहिंदी, क्योंकि कंटीनेंट है ना एशिया ते अफ्रीका दे अंडर जिन्ने भी देश आउंदे आ उन्हां देशां दे विच 10 करोड़ जनसंख्या जिहड़ी आ ਉਹ ਨਿਵਾਸ ਕਰਦੀ ਆ। ਇਸ ਪੁਆਇੰਟ ਨੂੰ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ ਆ, ਠੀਕ ਆ। ਤੇ ਜਿਹੜਾ ਮੈਂ ਤੁਹਾਨੂੰ ਸੀਕੁਐਂਸ ਦੱਸਿਆ ਕਿ ਖੇਤਰਫਲ ਦੇ ਅਕੋਰਡਿੰਗ ਵੀ ਤੇ ਜਨਸੰਖਿਆ ਦੇ ਅਕੋਰਡਿੰਗ ਵੀ ਦੋਨੋਂ ਤਰੀਕੇ ਦੇ ਨਾਲ ਹੀ ਜਿਹੜਾ ਤੁਸੀਂ ਇਹ ਆ ਇਹਨੂੰ ਯਾਦ ਰੱਖਣ ਦੀ ਕੋਸ਼ਿਸ਼ ਜਿਹੜੀ ਆ ਕਰਨੀ ਆ। ਇੱਕ ਤਾਂ ਸਾਨੂੰ ਵੱਡੇ ਛੋਟੇ ਜਿਹੜੇ ਆ ਕੰਟੀਨੈਂਟ ਤੇ ਪਤਾ ਹੋਣੇ ਚਾਹੀਦੇ ਆ, ਨਾਲ ਹੀ ਸਾਨੂੰ ਦੇਸ਼ ਵੀ ਪਤਾ ਹੋਣੇ ਚਾਹੀਦੇ ਆ ਵੀ ਖੇਤਰਫਲ ਦੇ ਅਕੋਰਡਿੰਗ ਵੱਡਾ ਕਿਹੜਾ ਵਾ, ਜਨਸੰਖਿਆ ਦੇ ਅਕੋਰਡਿੰਗ ਜਿਹੜਾ ਵਾ ਉਹ ਵੱਡਾ ਕਿਹੜਾ ਵਾ। ਵੇਖੋ ਜਦੋਂ ਅਸੀਂ ਖੇਤਰਫਲ ਦੀ ਗੱਲ ਕਰਦੇ ਹਾਂ ਤੇ ਖੇਤਰਫਲ ਦੇ ਅਕੋਰਡਿੰਗ ਰੂਸ ਸਭ ਤੋਂ ਵੱਡਾ ਦੇਸ਼ ਆ, ਠੀਕ ਆ।
ਤੇ ਕੈਨੇਡਾ ਜਿਹੜਾ ਵਾ ਦੂਸਰੇ ਨੰਬਰ ਤੇ ਆਉਂਦਾ ਵਾ, ਠੀਕ ਆ। ਤੇ ਜਿਹੜਾ ਚੀਨ ਆ ਉਹ ਤੀਜੇ ਨੰਬਰ ਤੇ ਆਉਂਦਾ ਵਾ ਖੇਤਰਫਲ ਦੇ ਅਕੋਰਡਿੰਗ, ਤੇ ਚੌਥੇ ਨੰਬਰ ਤੇ ਜਿਹੜਾ ਵਾ ਉਹ USA ਆਉਂਦਾ ਵਾ। ਜੇਕਰ ਅਸੀਂ 5ਵੇਂ ਨੰਬਰ ਤੇ ਖੇਤਰਫਲ ਦੇ ਅਕੋਰਡਿੰਗ ਗੱਲ ਕਰੀਏ ਤਾਂ ਬ੍ਰਾਜ਼ੀਲ ਆ। 6ਵੇਂ ਨੰਬਰ ਤੇ ਗੱਲ ਕਰੀਏ ਤਾਂ ਆਸਟ੍ਰੇਲੀਆ ਵਾ। 7ਵੇਂ ਨੰਬਰ ਤੇ ਗੱਲ ਕਰੀਏ ਤੇ ਸਾਡਾ ਭਾਰਤ ਆ। ਜੇਕਰ ਪੁੱਛਿਆ ਜਾਵੇ ਇਹ ਕੁਐਸਚਨ ਆ ਜਿਹੜਾ ਭਾਰਤ ਵਾਲਾ ਵਾ, ਇਹ ਸਾਡੇ PSTET ਦੇ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਾ ਵਾ ਕਿ ਖੇਤਰਫਲ ਦੇ ਅਕੋਰਡਿੰਗ ਭਾਰਤ ਦੁਨੀਆ ਦਾ ਕਿੰਨਵੇਂ ਨੰਬਰ ਦਾ ਦੇਸ਼ ਹੈ, ਤੇ ਸਾਡਾ ਆਨਸਰ ਆਊਗਾ 7ਵੇਂ ਨੰਬਰ ਦਾ ਦੇਸ਼ ਆ। ਪਰ ਇਹਦੇ ਨਾਲ ਹੀ ਸਾਨੂੰ ਜਨਸੰਖਿਆ ਦੇ ਅਕੋਰਡਿੰਗ ਵੀ ਪਤਾ ਹੋਣਾ ਚਾਹੀਦਾ ਵਾ। ਜੇਕਰ ਅਸੀਂ ਜਨਸੰਖਿਆ ਦੇ ਅਕੋਰਡਿੰਗ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਪਹਿਲਾਂ ਚੀਨ ਸੀ, ਪਰ ਹੁਣ 2023 ਦੇ ਵਿੱਚ ਕਰੰਟ ਹੀ ਆ 23 ਦੇ ਵਿੱਚ ਜਿਹੜਾ ਵਾ ਸਾਡੇ ਭਾਰਤ ਨੇ ਚੀਨ ਨੂੰ ਕੱਟਤਾ ਵਾ, ਤੇ ਪੂਰੀ ਦੁਨੀਆ ਦੇ ਵਿੱਚ ਸਾਡਾ ਭਾਰਤ ਜਨਸੰਖਿਆ ਦੇ ਅਕੋਰਡਿੰਗ ਪਹਿਲਾ ਦੇਸ਼ ਬਣ ਚੁੱਕਾ ਵਾ, ਠੀਕ ਹੈ। ਤੇ ਚੀਨ ਜਿਹੜਾ ਵਾ ਦੂਜੇ ਨੰਬਰ ਤੇ ਚਲਾ ਗਿਆ। ਤੀਜੇ ਨੰਬਰ ਤੇ ਜਨਸੰਖਿਆ ਦੇ ਅਕੋਰਡਿੰਗ ਜਿਹੜੀ ਕੰਟਰੀ ਆ ਉਹ USA ਆ। ਚੌਥੇ ਨੰਬਰ ਤੇ ਜਿਹੜੀ ਕੰਟਰੀ ਆ ਉਹ ਹੈਗੀ ਆ ਇੰਡੋਨੇਸ਼ੀਆ। 5ਵੇਂ ਨੰਬਰ ਤੇ ਜਿਹੜੀ ਕੰਟਰੀ ਆ ਜਨਸੰਖਿਆ ਦੇ ਅਕੋਰਡਿੰਗ ਉਹ ਹੈਗੀ ਆ ਪਾਕਿਸਤਾਨ। ਇਹਦਾ ਵੀ ਸੇਮ ਹੀ ਆ। ਦੇਖੋ ਖੇਤਰਫਲ ਦੇ ਅਕੋਰਡਿੰਗ ਯਾਦ ਰੱਖ ਲਓ ਜਾਂ ਤੁਸੀਂ ਜਨਸੰਖਿਆ ਦੇ ਅਕੋਰਡਿੰਗ ਯਾਦ ਰੱਖ ਲਓ। ਵੇਖੋ ਪਹਿਲੇ ਨੰਬਰ ਤੇ 1 2 3 4 5। ਪਹਿਲੇ ਤੇ ਸਾਡਾ ਕੀ ਆ ਗਿਆ ਭਾਰਤ, ਦੂਜੇ ਤੇ ਚੀਨ ਆ ਗਿਆ, ਤੀਜੇ ਤੇ ਸਾਡਾ ਆ ਗਿਆ USA, ਫਿਰ ਚੌਥੇ ਤੇ ਆ ਗਿਆ ਇੰਡੋਨੇਸ਼ੀਆ, ਤੇ 5ਵੇਂ ਤੇ ਆ ਗਿਆ ਪਾਕਿਸਤਾਨ। ਯਾਨੀ ਕਿ ਮੈਂ ਜਨਸੰਖਿਆ ਦੇ ਅਕੋਰਡਿੰਗ ਯਾਦ ਰੱਖ ਲਿਆ। ਹੁਣ ਮੈਂ ਯਾਦ ਕਰਨਾ ਵਾ ਖੇਤਰਫਲ ਦੇ ਅਕੋਰਡਿੰਗ, ਪਰ ਖੇਤਰਫਲ ਦੇ ਅਕੋਰਡਿੰਗ ਮੈਂ ਜ਼ਿਆਦਾ ਰੱਟੇ ਨਹੀਂ ਲਾਉਂਗੀ। ਮੈਂ ਕੀ ਕਰੂੰਗੀ, ਹੁਣ ਵੇਖੋ ਰੂਸ ਤੇ ਕੈਨੇਡਾ ਤਾਂ ਇਹਦੇ ਵਿੱਚ ਹੈ ਨਹੀਂ, ਪਰ ਚੀਨ ਤੇ ਹੈਗਾ ਨਾ। ਹੁਣ ਵੇਖੋ ਆਪਾਂ ਕੀ ਕਰਾਂਗੇ, ਜਿਹੜਾ ਦੂਜੇ ਨੰਬਰ ਵਾਲਾ ਚੀਨ ਆ, ਯਾਨੀ ਕਿ ਆਪਾਂ ਕੀ ਕਰਾਂਗੇ, ਆਪਾਂ ਰੱਖਣਾ ਵਾ ਖੇਤਰਫਲ ਦੇ ਅਕੋਰਡਿੰਗ ਯਾਦ। ਯਾਨੀ ਕਿ ਆਪਾਂ 3 ਨੰਬਰ ਲਵਾਂਗੇ। ਯਾਨੀ ਕਿ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ ਵੀ ਚੀਨ ਜਿਹੜਾ ਵਾ ਉਹ ਕਿੰਨਵੇਂ ਨੰਬਰ ਤੇ ਆ, ਤੀਜੇ ਤੇ ਆ। ਫਿਰ ਉਸ ਤੋਂ ਬਾਅਦ ਆਪਾਂ ਕੀ ਯਾਦ ਰੱਖਣਾ ਵਾ ਕਿ ਚੌਥੇ ਨੰਬਰ ਤੇ ਜਿਹੜਾ ਕੀ ਆਉਂਦਾ ਵਾ, ਠੀਕ ਆ, ਭਾਰਤ ਚੀਨ USA। ਵੇਖੋ ਅਸੀਂ ਕੀ ਖੇਤਰਫਲ ਦੇ ਅਕੋਰਡਿੰਗ ਯਾਦ ਰੱਖਣਾ ਵਾ। ਅਸੀਂ ਇੱਥੇ ਕੀ ਲੈ ਲਿਆ ਕਿ ਚੌਥੇ ਨੰਬਰ ਤੇ ਜਿਹੜਾ ਵਾ ਉਹ ਕੀ ਆਉਂਦਾ ਵਾ, USA ਆਉਂਦਾ ਵਾ। ਪਰ USA ਜਨਸੰਖਿਆ ਦੇ ਅਕੋਰਡਿੰਗ ਕਿੰਨੇ ਤੇ ਹੀ, ਤੀਜੇ ਤੇ ਹੀ। ਏਦਾਂ ਹੀ ਟ੍ਰਿਕ ਬਣਦੀ ਜਾਣੀ ਆ। ਉਸ ਤੋਂ ਬਾਅਦ ਬ੍ਰਾਜ਼ੀਲ ਵੇਖੋ 1 2 3 4 ਤੇ 5 ਹਨਾ। ਹੁਣ ਇੱਥੇ ਤੇ ਬ੍ਰਾਜ਼ੀਲ ਹੈ ਨਹੀਂ ਆ। ਜੇਕਰ ਤੁਸੀਂ ਇਹਦੀ ਟ੍ਰਿਕ ਬਣਾ ਸਕਦੇ ਹੋ ਤਾਂ ਵੀ ਠੀਕ ਆ, ਨਹੀਂ ਬਣਾ ਸਕਦੇ। ਇਹ ਜਿਹੜੀ ਟ੍ਰਿਕ ਆ ਵੈਸੇ ਮਹਾਦੀਪਾਂ ਵਾਲੇ ਕਨਸੈਪਟ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ। ਉਹ ਮੈਂ ਥੋੜਾ ਜਿਹਾ ਮਤਲਬ ਭੁੱਲ ਗਈ, ਕੋਈ ਗੱਲ ਨਹੀਂ, ਹੋ ਜਾਂਦਾ ਵਾ, ਕਿਉਂਕਿ ਉਹ ਟ੍ਰਿਕ ਮੈਂ ਪਹਿਲਾਂ ਕਿਸੇ ਵੀਡੀਓ ਦੇ ਵਿੱਚ ਦੱਸ ਚੁੱਕੀ ਆ। ਮੈਂ ਲੱਭ ਕੇ ਉਹਦਾ ਲਿੰਕ ਸ਼ੇਅਰ ਕਰ ਦੂੰਗੀ। ਬਹੁਤ ਸੋਹਣੇ ਤਰੀਕੇ ਦੇ ਨਾਲ ਉਹਦੇ ਵਿੱਚ ਮੈਂ ਦੱਸਿਆ, ਕਾਫੀ ਟਾਈਮ ਹੋ ਗਿਆ ਤੇ ਉਹਦਾ ਕਰਕੇ ਜਿਹੜਾ ਵਾ ਚਲੋ ਫੋਰਗਟ ਵੀ ਹੋ ਜਾਂਦੀਆਂ ਚੀਜ਼ਾਂ, ਕੋਈ ਚੱਕਰ ਨਹੀਂ ਗਾ। ਤੇ ਇਹ ਜਿਹੜੇ ਆ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਆ। ਖੇਤਰਫਲ ਦੇ ਅਕੋਰਡਿੰਗ ਵੱਡਾ ਦੇਸ਼, ਛੋਟਾ ਦੇਸ਼, ਜਨਸੰਖਿਆ ਦੇ ਅਕੋਰਡਿੰਗ ਵੱਡਾ ਦੇਸ਼, ਛੋਟਾ ਦੇਸ਼, ਇਸ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਜਿਹੜੀਆਂ ਵਾ ਪਤਾ ਹੋਣੀਆਂ ਚਾਹੀਦੀਆਂ ਵਾ। ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਕਿ ਕਿਸੇ ਸਥਾਨ ਤੇ ਜਨਸੰਖਿਆ ਸੰਘਣੀ ਆ, ਉਹਦਾ ਕਾਰਨ ਕੀ ਆ, ਜਾਂ ਇਹ ਕਹਿ ਲਓ ਵੀ ਜਨਸੰਖਿਆ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਆ, ਪਹਿਲੇ ਨੰਬਰ ਤੇ ਤੁਸੀਂ ਇਹ ਜ਼ਰੂਰ ਨੋਟ ਕਰਨਾ ਵਾ, ਜਲਵਾਯੂ ਪ੍ਰਭਾਵਿਤ ਕਰਦੀ ਆ। ਉੱਥੋਂ ਦੀ ਮਿੱਟੀ ਜਾਂ ਉੱਥੋਂ ਦੀ ਭੂਮੀ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਆ। ਉੱਥੋਂ ਦੇ ਜਿਹੜੇ ਖਣਿਜ ਪਦਾਰਥ ਆ ਉਹ ਜਿਹੜੇ ਆ ਪ੍ਰਭਾਵਿਤ ਕਰਦੇ ਆ, ਵੀ ਜਿੱਥੇ ਜ਼ਿਆਦਾ ਖਣਿਜ ਪਦਾਰਥ ਹੋਣਗੇ। ਉਸ ਤੋਂ ਬਾਅਦ ਉੱਥੋਂ ਦੀ ਕਹਿ ਲਓ ਵੀ ਉੱਥੋਂ ਦੀ ਜਿਹੜੀ ਆਪਣੀ ਹੈਗੀ ਆ ਜਲਵਾਯੂ ਹੋ ਗਿਆ, ਮਿੱਟੀ ਹੋ ਗਿਆ, ਖਣਿਜ ਹੋ ਗਿਆ, ਤੇ ਉਸ ਤੋਂ ਬਾਅਦ ਪਾਣੀ ਹੋ ਗਿਆ, ਵੀ ਉੱਥੇ ਪਾਣੀ ਹੈਗਾ ਜਾਂ ਨਹੀਂ। ਹੁਣ ਜਿੱਥੇ ਪਾਣੀ ਘੱਟ ਹੋਊਗਾ ਉੱਥੇ ਜਨਸੰਖਿਆ ਥੋੜੀ ਨਿਵਾਸ ਕਰੂਗੀ। ਸੋ ਇਹ 4 ਤੋਂ 5 ਤੱਤ ਜਿਹੜੇ ਆ ਜਿਹੜੀ ਸਾਡੀ ਜਨਸੰਖਿਆ ਨੂੰ ਪ੍ਰਭਾਵਿਤ ਕਰਦੇ। ਜਿੱਥੇ ਇਹ ਤੱਤ ਜ਼ਿਆਦਾ ਮੌਜੂਦ ਹੋਣਗੇ ਉੱਥੇ ਭਾਰੀ ਜਨਸੰਖਿਆ ਨਿਵਾਸ ਕਰੂਗੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਉਸ ਤੋਂ ਬਾਅਦ ਜਨਸੰਖਿਆ ਘਣਤਵ ਕਿਹਨੂੰ ਕਹਿੰਦੇ ਆ, ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵਾ। ਪ੍ਰਿਥਵੀ ਦੇ ਕਿਸੇ ਵੀ ਖੇਤਰ ਦੇ ਵਿੱਚ ਲੋਕਾਂ ਦੀ ਸੰਖਿਆ, ਜੇ ਤੇ ਸੰਖਿਆ ਜ਼ਿਆਦਾ ਵਾ,
ਹਨਾ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਜਨਸੰਖਿਆ ਘਣਤਵ ਜ਼ਿਆਦਾ। ਜੇ ਆਪਾਂ ਕਹਿ ਦਿੰਦੇ ਵੀ ਉੱਥੋਂ ਦੇ ਲੋਕ ਜਿਹੜੇ ਉੱਥੇ ਲੋਕ ਘੱਟ ਰਹਿ ਰਹੇ ਪ੍ਰਿਥਵੀ ਦੇ ਕਿਸੇ ਵੀ ਹਿੱਸੇ ਤੇ, ਉੱਥੇ ਆਪਾਂ ਕੀ ਕਵਾਂਗੇ ਵੀ ਜਨਸੰਖਿਆ ਘਣਤਵ ਉੱਥੇ ਘੱਟ ਆ। ਹੁਣ ਜਦੋਂ ਗੱਲ ਆ ਜੇ ਵੀ ਇਹ ਜਿਹੜਾ ਜਨਸੰਖਿਆ ਘਣਤਵ ਆ, ਇਹਨੂੰ ਕਿਹਦੇ ਵਿੱਚ ਮਾਪਿਆ ਜਾਂਦਾ ਵਾ, ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਇਹਨੂੰ ਮਾਪਿਆ ਜਾਂਦਾ ਵਾ। ਸਾਨੂੰ ਇਦਾਂ ਦੇ ਕੁਐਸਚਨ ਪੀਐਸਟੈਟ ਦੇ ਵਿੱਚ ਬਹੁਤ ਆਉਂਦੇ ਆ, ਠੀਕ ਆ। ਉਸ ਤੋਂ ਬਾਅਦ ਹੈਗਾ ਵਾ ਸਭ ਤੋਂ ਜ਼ਿਆਦਾ ਜਨਸੰਖਿਆ ਘਣਤਵ ਦੱਖਣੀ ਮੱਧ ਏਸ਼ੀਆ ਤੇ ਦੱਖਣੀ ਪੂਰਬੀ ਏਸ਼ੀਆ। ਸੌਖੇ ਤਰੀਕੇ ਦੇ ਨਾਲ ਵੀ ਜਿਹੜਾ ਏਸ਼ੀਆ ਵਾ ਉਹਦਾ ਸੈਂਟਰ ਤੇ ਜਿਹੜਾ ਏਸ਼ੀਆ ਵਾ ਉਹਦਾ ਦੱਖਣ ਵਾਲਾ ਹਿੱਸਾ ਤੇ ਪੂਰਬ ਵਾਲਾ ਹਿੱਸਾ, ਇੱਥੇ ਜਨਸੰਖਿਆ ਘਣਤਵ ਸਭ ਤੋਂ ਜ਼ਿਆਦਾ ਵਾ। ਹੁਣ ਮੈਂ ਤੁਹਾਨੂੰ ਦੱਸਿਆ ਸੀ ਵੀ ਜਿੱਥੇ ਜਨਸੰਖਿਆ ਜ਼ਿਆਦਾ ਹੋਊਗੀ, ਕਾਰਨ ਕੀ ਕਿ ਜਨਸੰਖਿਆ ਲਈ ਜੋ ਵੀ ਚਾਹੀਦਾ ਸਾਧਨ ਰਿਸੋਰਸ ਉਹ ਸਾਰੇ ਉੱਥੇ ਅਵੇਲੇਬਲ ਹੋਣਗੇ। ਹੁਣ ਏਸ਼ੀਆ ਮਹਾਂਦੀਪ ਦੇ ਵਿੱਚ ਸਾਰਾ ਅਵੇਲੇਬਲ ਆ। ਵੇਖੋ ਵੀ ਭੂਮੀ ਜਿਹੜੀ ਉਹ ਵੀ ਉਪਜਾਊ ਆ, ਪਾਣੀ ਦੀਆਂ ਵੀ ਨਦੀਆਂ ਜਿਹੜੀਆਂ ਵਾ, ਨਦੀਆਂ ਦੀ ਬਹੁਤਾਤ ਆ ਏਸ਼ੀਆ ਮਹਾਂਦੀਪ ਦੇ ਵਿੱਚ। ਪਾਣੀ ਵੀ ਆ, ਮਿੱਟੀ ਵੀ ਵਧੀਆ ਉਪਜਾਊ ਆ, ਖਣਿਜ ਪਦਾਰਥ ਵੀ ਪ੍ਰੋਪਰ, ਹਰ ਇੱਕ ਤਰ੍ਹਾਂ ਦੇ ਸਰੋਤ ਜਿਹੜੇ ਹੈਗੇ ਆ। ਇਸੇ ਹੀ ਕਰਕੇ ਏਸ਼ੀਆ ਦਾ ਮੱਧ ਵਾਲਾ ਹਿੱਸਾ ਤੇ ਪੂਰਬ ਦੱਖਣੀ ਹਿੱਸਾ, ਇੱਥੇ ਜਨਸੰਖਿਆ ਦਾ ਘਣਤਵ ਸਭ ਤੋਂ ਜ਼ਿਆਦਾ ਵਾ। ਉਸ ਤੋਂ ਬਾਅਦ ਇੱਕ ਤਾਂ ਆਪਾਂ ਨੈਚੁਰਲ ਤੌਰ ਤੇ ਗੱਲ ਕੀਤੀ ਵੀ ਨੈਚੁਰਲ ਤੌਰ ਜਿਹੜੇ ਤੱਤ ਪ੍ਰਭਾਵਿਤ ਕਰਦੇ, ਕਲਾਈਮੇਟ ਹੋ ਗਿਆ, ਜਲਵਾਯੂ ਹੋ ਗਿਆ, ਮਿੱਟੀ ਹੋ ਗਿਆ। ਪਰ ਇਹਦੇ ਨਾਲ ਕੁਝ ਐਦਾਂ ਦੇ ਵੀ 3 ਕਾਰਕ ਆ ਜਿਹੜੇ ਕਿ ਜਨਸੰਖਿਆ ਨੂੰ ਪ੍ਰਭਾਵਿਤ ਕਰਦੇ। ਉਹਦੇ ਵਿੱਚ ਪਹਿਲਾ ਸਾਡਾ ਆਰਥਿਕ ਕਾਰਕ ਆ ਜਾਂਦਾ ਵਾ। ਆਰਥਿਕ ਕਾਰਕ ਦੇ ਵਿੱਚ ਆਊਗਾ ਸਾਡਾ ਰੋਜ਼ਗਾਰ। ਮਤਲਬ ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ, ਲੋਕ ਉੱਥੇ ਜਾ ਕੇ ਜ਼ਿਆਦਾ ਵਸ ਜਾਣਗੇ। ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਵਾ, ਉੱਥੇ ਜਨਸੰਖਿਆ ਦੀ ਜਿਹੜੀ ਆਬਾਦੀ ਉਹ ਵੀ ਜ਼ਿਆਦਾ ਹੋਊਗੀ, ਠੀਕ ਆ। ਇਹ ਚੀਜ਼ ਧਿਆਨ ਦੇ ਵਿੱਚ ਰੱਖਿਓ। ਜੇ ਹੁਣ ਜੇਕਰ ਆਪਾਂ ਰੋਜ਼ਗਾਰ ਦੀ ਗੱਲ ਕਰੀਏ, ਜਾਪਾਨ ਤੇ ਓਸਾਕਾ ਜਿਹੜੇ ਇਹਦੇ ਬਹੁਤ ਜ਼ਿਆਦਾ ਵੱਡੇ ਉਦਾਹਰਨ ਆ, ਕਿਉਂਕਿ ਜਾਪਾਨ ਤੇ ਓਸਾਕਾ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਰੁਜ਼ਗਾਰ ਮਿਲਿਆ। ਇਸੇ ਹੀ ਕਰਕੇ ਜਾਪਾਨ ਤੇ ਓਸਾਕਾ ਦੇ ਵਿੱਚ ਜਨਸੰਖਿਆ ਘਣਤਵ ਜ਼ਿਆਦਾ ਵਾ। ਤੇ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦਾ ਸਾਡਾ ਜਿਹੜਾ ਮੁੰਬਈ ਸ਼ਹਿਰ ਆ, ਮੁੰਬਈ ਸ਼ਹਿਰ ਜਿਹੜਾ ਵਾ ਉਹ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਦਿੰਦਾ। ਇਸੇ ਹੀ ਕਰਕੇ ਮੁੰਬਈ ਦੇ ਵਿੱਚ ਜਨਸੰਖਿਆ ਘਣਤਵ ਜ਼ਿਆਦਾ ਵਾ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਅਗਲਾ ਆ ਜਾਂਦਾ ਵਾ ਸੰਸਕ੍ਰਿਤਿਕ ਕਾਰਕ। ਸੰਸਕ੍ਰਿਤਿਕ ਕਾਰਕ ਦਾ ਮਤਲਬ ਇਹ ਵੀ ਜਿੱਥੇ ਲੋਕਾਂ ਨੂੰ ਧਾਰਮਿਕ ਮਹੱਤਵ ਜ਼ਿਆਦਾ ਮਿਲਦਾ ਵਾ। ਮਤਲਬ ਧਰਮ ਦੇ ਮਾਮਲੇ ਦੇ ਵਿੱਚ ਲੋਕ ਜਿਹੜੇ ਆ ਜ਼ਿਆਦਾ, ਉਹਨਾਂ ਦੇ ਜਿਹੜੇ ਹਿੱਤਾਂ ਦੀ ਜਿਹੜੀ ਜ਼ਿਆਦਾ ਰਾਖੀ ਕੀਤੀ ਜਾਂਦੀ। ਧਾਰਮਿਕ ਜੇ ਲੋਕ ਜਿੱਥੇ ਜ਼ਿਆਦਾ ਰਹਿੰਦੇ ਆ, ਉੱਥੇ ਵੀ ਆਬਾਦੀ ਸੰਘਣੀ ਹੋਊਗੀ। ਇਹਦੀ ਐਗਜ਼ਾਮਪਲ ਆ ਵਾਰਾਣਸੀ, ਯੇਰੂਸ਼ਲਮ, ਵੈਟਿਕਨ ਸਿਟੀ ਜਿਹਨੂੰ ਅਸੀਂ ਕਹਿ ਦਿੰਦੇ ਆ। ਇਹ ਜਿਹੜੇ ਆ 3 ਉਦਾਹਰਨ ਲਿਖੋ ਸੰਸਕ੍ਰਿਤ ਕਾਰਕ ਆ ਕਿਹਦੇ, ਜਨਸੰਖਿਆ ਘਣਤਵ ਦੇ। ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਸਮਾਜਿਕ ਕਾਰਕ। ਸਮਾਜਿਕ ਕਾਰਕ ਦਾ ਮਤਲਬ ਇਹ ਵੀ ਜਿੱਥੇ ਕੋਈ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ, ਕਿਸੇ ਵੀ ਏਰੀਏ ਦੇ ਵਿੱਚ ਸਰਕਾਰ ਵੱਲੋਂ ਕੋਈ ਜ਼ਿਆਦਾ ਫੈਸਿਲਿਟੀਜ਼ ਦਿੱਤੀਆਂ ਜਾਣਗੀਆਂ, ਸੁਵਿਧਾਵਾਂ, ਸਿਹਤ ਸੁਵਿਧਾਵਾਂ, ਹਨਾ, ਤੇ ਹੋਰ ਪੜ੍ਹਨ ਦੇ ਨਾਲ ਰਿਲੇਟਡ, ਮਤਲਬ ਜਿੰਨੀਆਂ ਵੀ ਸਾਡੀਆਂ ਉਹ ਆ ਜਾਂਦੀਆਂ ਸੁਵਿਧਾਵਾਂ ਦੇ ਵਿੱਚ, ਫੈਸਿਲਿਟੀ ਦੇ ਵਿੱਚ ਜੋ ਕੁਝ ਵੀ ਆਉਂਦਾ ਵਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸਮਾਜਿਕ ਕਾਰਕ। ਤੇ ਪੂਨੇ ਜਿਹੜਾ ਵਾ ਇਹਦੀ ਉਦਾਹਰਨ ਆ। ਪੂਨੇ ਦੇ ਵਿੱਚ ਸੁਵਿਧਾਵਾਂ ਬਹੁਤ ਜ਼ਿਆਦਾ ਵਾ ਲੋਕਾਂ ਨੂੰ, ਇਸੇ ਹੀ ਕਰਕੇ ਜਿਹੜਾ ਵਾ ਜਨਸੰਖਿਆ ਘਣਤਵ ਜਿਹੜਾ ਵਾ ਉੱਥੇ ਜ਼ਿਆਦਾ ਵਾ। ਇਹ ਸਾਰੇ ਦੇ ਸਾਰੇ ਪੁਆਇੰਟ ਜਿਹੜੇ ਆ ਤੁਸੀਂ ਖੁਦ ਵੀ ਨੋਟ ਕਰਦੇ ਜਾਣੇ ਆ। ਇਹ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਆ। ਸ਼ੇਅਰ ਜ਼ਰੂਰ ਕਰ ਦਿਓ ਕਲਾਸ ਨੂੰ। ਉੱਤ ਪ੍ਰਵਾਸੀ ਦਾ ਮਤਲਬ ਕੀ ਆ? ਉੱਤ ਪ੍ਰਵਾਸੀ ਉਹ ਹੁੰਦਾ ਵਾ, ਉੱਤ ਪ੍ਰਵਾਸੀ ਅਸੀਂ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਆ ਜਿੱਥੇ ਦੇਸ਼ ਨੂੰ ਛੱਡ ਕੇ ਚਲ ਜਾਂਦੇ ਆ ਉਹ ਲੋਕ। ਜਿੱਦਾਂ ਹੁਣ ਬਹੁਤ ਵੱਡੀ ਐਗਜ਼ਾਮਪਲ ਸਾਡਾ ਪੰਜਾਬ ਵੱਡੀ ਮਾਤਰਾ ਦੇ ਵਿੱਚ ਖਾਲੀ ਹੋ ਰਿਹਾ। ਮੁੰਡੇ ਕੁੜੀਆਂ ਬਾਹਰ ਜਾ ਰਹੇ ਆ। ਕਾਰਨ ਕੀ? ਕਿਉਂਕਿ ਸਾਡੇ ਇੱਧਰ ਰੁਜ਼ਗਾਰ ਨਹੀਂ ਮਿਲ ਰਿਹਾ, ਲੋਕਾਂ ਨੂੰ ਕੋਈ ਆਰਥਿਕ ਸਹੂਲਤਾਂ ਨਹੀਂ ਮਿਲ ਰਹੀਆਂ। ਇਹੀ ਕਾਰਨ ਆ। ਅਸੀਂ ਉੱਤ ਪ੍ਰਵਾਸੀ ਬਣਦੇ ਜਾ ਰਹੇ ਹਾਂ, ਮਤਲਬ ਅਸੀਂ ਦੇਸ਼ ਨੂੰ ਛੱਡ ਕੇ ਜਾ ਰਹੇ ਹਾਂ। ਇਹਦਾ ਮਤਲਬ ਇਹ ਉੱਤ ਪ੍ਰਵਾਸੀ, ਜੇਕਰ ਤੁਹਾਨੂੰ ਪੁੱਛਿਆ ਜਾਵੇ, ਉੱਤ ਪ੍ਰਵਾਸੀ ਲੋਕ ਉਹ ਹੁੰਦੇ ਆ ਜਿਹੜੇ ਦੇਸ਼ ਨੂੰ ਛੱਡ ਕੇ ਜਾਣ ਵਾਲੇ ਜਿਹੜੇ ਹੁੰਦੇ, ਉਹ ਹੁੰਦੇ ਆ ਉੱਤ ਪ੍ਰਵਾਸੀ। ਅਪ੍ਰਵਾਸੀ ਕਿਹੜੇ ਹੁੰਦੇ ਆ? ਜਿਹੜੇ ਦੇਸ਼ ਦੇ ਵਿੱਚ ਆਉਂਦੇ ਆ। ਫੋਰ ਐਗਜ਼ਾਮਪਲ
ਹੁਣ ਅਸੀਂ ਚਲ ਗਏ ਕੈਨੇਡਾ, ਅਮਰੀਕਾ, ਇੰਗਲੈਂਡ, UK ਚਲ ਗਏ ਅਸੀਂ, ਹਨਾ। ਅਸੀਂ ਕੀ ਬਣ ਗਏ? ਉੱਤ ਪ੍ਰਵਾਸੀ। ਅਸੀਂ ਕੀ ਕਰਤਾ? ਅਸੀਂ ਆਪਣਾ ਪੰਜਾਬ ਖਾਲੀ ਕਰਤਾ ਤੇ ਸਾਡੇ ਪੰਜਾਬ ਦੇ ਵਿੱਚ ਆਹ ਪ੍ਰਵਾਸੀ ਆ ਰਹੇ, ਸਾਡੇ ਬੈਂਕਾਂ ਦੇ ਵਿੱਚ ਬਈਏ ਬੈਠੇ ਆ, ਜਿੱਥੇ ਵੇਖ ਲਓ ਬਾਹਰਲੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਉਹ ਨੌਕਰੀਆਂ ਕਰ ਰਹੇ ਆ। ਤੇ ਅਸੀਂ ਦਿਨ ਰਾਤ ਮਿਹਨਤ ਕਰਨ ਤੋਂ ਝਿਜਕਦੇ ਆ ਤੇ ਅਸੀਂ ਕਹਿੰਦੇ ਵੀ ਆਈਲੈਟਸ ਕਰੀਏ, +2 ਕੀ ਇੰਨੀ ਪੜ੍ਹਾਈ 'ਚ ਰੱਖਿਆ ਵਾ, +2 ਕਰੋ, ਆਈਲੈਟਸ ਕਰੋ ਤੇ ਬਾਹਰ ਜਾਓ, ਪੰਜਾਬ 'ਚ ਜੋ ਹੁੰਦਾ ਰਵੇ। ਤੇ ਆਹ ਪ੍ਰਵਾਸੀ ਲੋਕ ਜਿਹੜੇ ਆ ਕੇ ਸਾਡੇ ਵਸੀ ਜਾਂਦੇ ਆ, ਅਪ੍ਰਵਾਸੀ ਮਤਲਬ ਕਿ ਦੇਸ਼ ਦੇ ਵਿੱਚ ਆਉਣ ਵਾਲੇ ਲੋਕ, ਉੱਤ ਪ੍ਰਵਾਸੀ ਦੇਸ਼ ਨੂੰ ਛੱਡ ਕੇ ਜਾਣ ਵਾਲੇ ਲੋਕ। ਸਮਝ ਲੱਗ ਗਈ ਨਾ? ਉਸ ਤੋਂ ਬਾਅਦ ਜਨਸੰਖਿਆ ਸੰਗਠਨ ਕੀ ਆ? ਇਹ ਸ਼ਬਦ ਜਿਹੜੇ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ, ਤੁਹਾਨੂੰ ਇਦਾਂ ਦੇ ਹੀ ਪੇਪਰ ਦੇ ਵਿੱਚ ਪੁੱਛੇ ਜਾਣੇ ਆ। ਜਨਸੰਖਿਆ ਸੰਗਠਨ ਕੀ ਆ? ਜਨਸੰਖਿਆ ਸੰਗਠਨ ਦੇ ਵਿੱਚ ਸਾਡੀਆਂ 3 ਤੋਂ 4 ਚੀਜ਼ਾਂ ਆਉਂਦੀਆਂ। ਜਨਸੰਖਿਆ ਸੰਗਠਨ ਅਸੀਂ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਇਸਤਰੀ ਦੀਆਂ ਤੇ ਪੁਰਸ਼ਾਂ ਦੀ ਸੰਖਿਆ ਮਾਪੀ ਜਾਵੇ, ਵੀ ਕਿੰਨੇ ਪੁਰਸ਼ਾਂ ਦੇ ਮਗਰ ਇੰਨੀਆਂ ਇਸਤਰੀਆਂ ਵਾ, ਹਨਾ। 1000 ਇਸਤਰੀਆਂ ਦੇ ਮੁਕਾਬਲੇ 1000 ਪੁਰਸ਼ਾਂ ਦੇ ਮੁਕਾਬਲੇ 900 ਇਸਤਰੀਆਂ ਵਾ। ਏਦਾਂ ਕਰਕੇ ਜਿਹੜੀ ਗਿਣਤੀ ਆ, ਯੰਗ ਲੋਕਾਂ ਦੀ ਗਿਣਤੀ ਕਿੰਨੀ ਆ ਕਿਸੇ ਦੇਸ਼ ਦੇ ਵਿੱਚ, ਹਨਾ। ਕਿੰਨੀ ਉਮਰ ਦੇ ਲੋਕ ਜ਼ਿਆਦਾ ਰਹਿੰਦੇ, ਮਤਲਬ ਕਿ ਗੱਲ ਕਰਾਂ 20 ਤੋਂ ਲੈ ਕੇ 30 ਸਾਲ ਤੱਕ ਦੇ ਲੋਕ ਜਿੱਥੇ ਜ਼ਿਆਦਾ ਹੋਣਗੇ, ਮਤਲਬ ਯੰਗਸਟ ਲੋਕ ਉੱਥੇ ਜ਼ਿਆਦਾ ਵਾ। ਏਦਾਂ ਕਰਕੇ ਉੱਥੇ ਕਿੰਨੇ ਲੋਕ ਜਿਹੜੇ ਆ ਕੰਮ ਧੰਦੇ ਵਾਲੇ ਲੋਕ ਕਿੰਨੇ ਜ਼ਿਆਦੇ ਆ। ਹੁਣ ਜਿੰਨੇ ਲੋਕ ਯੰਗਰ ਹੋਣਗੇ ਉਹਦਾ ਮਤਲਬ ਇਹ ਆ ਵੀ ਉਹ ਕਿਸੇ ਆਰਥਿਕ ਫੀਲਡ ਦੇ ਵਿੱਚ ਕੰਮ ਕਰਦੇ ਹੋਣਗੇ, ਹਨਾ। ਤੇ ਜੇਕਰ ਯੰਗਰ ਹੋਣਗੇ ਇਹਦਾ ਮਤਲਬ ਕਿ ਸਟੱਡੀ ਵਾਲੇ ਲੋਕ ਵੀ ਉੱਥੇ ਜ਼ਿਆਦਾ ਹੋਣਗੇ, ਪੜ੍ਹੇ ਲਿਖੇ ਲੋਕ ਉੱਥੇ ਜ਼ਿਆਦਾ ਹੋਣਗੇ। ਇਹੋ ਹੀ ਤੇ ਸਾਡਾ ਮਾਨਵੀ ਸੰਸਾਧਨ ਆ। ਮਾਨਵੀ ਸੰਸਾਧਨ ਦੇ ਤੌਰ ਤੇ ਸਭ ਤੋਂ ਰਿਚ ਦੇਸ਼ ਉਹੀ ਆ ਜਿਹਦੇ ਕੋਲ ਯੰਗਸਟ ਲੋਕ ਆ, ਠੀਕ ਆ। ਆਰਥਿਕ ਤੌਰ ਤੇ ਕੰਮ ਵੀ ਯੰਗਸਟ ਕਰ ਰਹੇ ਹੋਣਗੇ, ਪੜ੍ਹਾਈ ਵੀ ਯੰਗਸਟ ਕਰ ਰਹੇ ਹੋਣਗੇ। ਉਹੀ ਬੰਦਾ, ਉਹੀ ਦੇਸ਼ ਜਿਹੜਾ ਵਾ ਮਾਨਵੀ ਸੰਸਾਧਨ ਦੇ ਤੌਰ ਤੇ ਪਹਿਲੇ ਨੰਬਰ ਤੇ ਆਊਗਾ। ਇਹ ਆ ਜਨਸੰਖਿਆ ਸੰਗਠਨ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਅਗਲਾ ਕਨਸੈਪਟ ਹੈਗਾ ਵਾ ਜਨਸੰਖਿਆ ਪਿਰਾਮਿਡ। ਜਨਸੰਖਿਆ ਪਿਰਾਮਿਡ ਦਾ ਕੁਐਸਚਨ ਸਾਡੇ PSTET ਦੇ ਵਿੱਚ ਪੁੱਛਿਆ ਜਾ ਚੁੱਕਾ ਵਾ 2022 ਵਾਲੇ ਪੇਪਰ 'ਚ। 2022 ਵਾਲੇ ਪੇਪਰ 'ਚ ਜਿਹੜਾ 22 ਦੇ ਵਿੱਚ ਪੇਪਰ ਹੋਇਆ ਸੀ PSTET ਦਾ ਸੈਕੰਡ ਪੇਪਰ SST ਪੋਰਸ਼ਨ ਦੇ ਵਿੱਚ, ਜਨਸੰਖਿਆ ਪਿਰਾਮਿਡ ਜਿਹੜਾ ਸੀ ਪੁੱਛਿਆ ਗਿਆ ਸੀ। ਹੁਣ ਜਨਸੰਖਿਆ ਪਿਰਾਮਿਡ ਨੂੰ ਲਿੰਗ ਪਿਰਾਮਿਡ ਵੀ ਕਹਿੰਦੇ ਆ। ਹੁਣ ਵੇਖੋ ਮੈਂ ਤੁਹਾਨੂੰ ਇੱਥੇ ਪੜ੍ਹ ਕੇ ਸੁਣਾਉਣੀ ਆ ਕਿਹੜਾ क्वेश्चन ਜਿਹੜਾ ਸੀ ਸਾਡੇ पेपर ਦੇ ਵਿੱਚ पूछा गया सी। एक देश का जनसंख्या पिरामिड जिसमें जन्म दर और मृत्यु दर दोनों ही ऊंचे हैं, आधार पर चौड़ा है और ऊपर तीव्रता से संकरा जाता है। मतलब ਆਪਾਂ ਨੂੰ क्वेश्चन आया ही जनसंख्या पिरामिड ਵਿੱਚ जन्म दर ਅਤੇ मौत दर ਜਿਹਦੇ ਵਿੱਚ ਜਿਹੜਾ ਵਾ ਜਿਹਦੇ ਆਧਾਰ ਤੇ ਉੱਪਰ ਜਾ ਕੇ ਚੌੜਾ ਹੋ ਜਾਂਦਾ ਤੇ ਨੀਚੇ ਆ ਕੇ ਸੁੰਗੜ ਜਾਂਦਾ। ਤੇ ਬਹੁਤ ਬੱਚੇ ਜਿਹੜੇ ਕਨਫਿਊਜ਼ ਹੋਏ ਸੀ ਵੀ ਇਹ ਕਿੱਦਾਂ ਦਾ ਕੁਐਸਚਨ ਆ। ਹੁਣ ਜਿਨ੍ਹਾਂ ਨੇ ਥਿਊਰੀ ਹੀ ਨਹੀਂ ਪੜ੍ਹੀ ਉਹਨਾਂ ਨੂੰ ਇਹ ਕੁਐਸਚਨ ਦੀ ਕਿੱਥੋਂ ਸਮਝ ਆ ਜਾਊਗੀ। ਤੇ ਜਿਹੜੇ ਬੱਚੇ ਕਹਿੰਦੇ ਆ ਨਾ MCQ ਲਾ ਲਓ, ਇਹ ਆ ਤੁਹਾਡੀਆਂ ਗੱਲਾਂ ਦਾ ਜਵਾਬ। MCQ ਲਾ ਕੇ ਚਲ ਗਏ ਫਿਰ ਤੁਹਾਡਾ ਪੇਪਰ ਨਹੀਂ ਕਲੀਅਰ ਹੋਣਾ। ਕਨਸੈਪਟ ਕਲੀਅਰ ਕਰੋ ਆਪਣੇ। ਆ ਜਿਹੜਾ ਜਨਸੰਖਿਆ ਵਾਲਾ ਵਾ ਨਾ ਇਹ ਤੁਹਾਨੂੰ ਪੇਪਰ ਦੇ ਵਿੱਚ ਰਿਪੀਟ ਹੋ ਸਕਦਾ ਕਿਉਂਕਿ ਪੁੱਛਿਆ ਗਿਆ ਸੀ PSTET ਦੇ ਵਿੱਚ। ਜਨਸੰਖਿਆ ਪਿਰਾਮਿਡ ਕੀ ਆ? ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। देखो की समझना वा। वेखो इत्थे आ गए 9 तो 15 साल दी एज, 15 तो 30 दी एज, 30 तो 40 दी एज, 40 तो 50 ਦੀ ਏਜ, 60 ਤੋਂ 70 ਦੀ ਏਜ। ਕੀ ਕਹਿੰਦੇ ਇੱਥੇ ਸਮਝਣ ਦੀ ਕੋਸ਼ਿਸ਼ ਕਰਿਓ। ਕਹਿੰਦੇ ਕੋਈ ਵੀ ਜਨਸੰਖਿਆ ਪਿਰਾਮਿਡ ਆ ਨੀਚੋਂ ਚੌੜਾ ਹੁੰਦਾ ਤੇ ਉੱਪਰ ਜਾ ਕੇ ਸੁੰਗੜ ਜਾਂਦਾ। ਉੱਪਰ ਜਾ ਕੇ ਕੀ ਸੁੰਗੜ ਜਾਂਦਾ? ਮਤਲਬ ਇਹ ਮੰਨ ਲਓ ਵੀ ਕਿਸੇ ਦੇਸ਼ ਦੇ ਵਿੱਚ ਜਿਹੜੀ ਆ ਉਹ ਯੰਗ ਬੱਚਿਆਂ ਦੀ ਸੰਖਿਆ ਜਿਹੜੀ ਆ ਜ਼ਿਆਦਾ। ਜਿੱਥੇ ਬੱਚਿਆਂ ਦੀ ਜਿਹੜੀ ਸੰਖਿਆ ਜ਼ਿਆਦਾ ਹੋਊਗਾ ਮਤਲਬ ਕਿਸੇ ਵੀ ਦੇਸ਼ ਦੇ ਵਿੱਚ ਜੇਕਰ ਬੱਚਿਆਂ ਦੀ ਜਨਸੰਖਿਆ ਜ਼ਿਆਦਾ ਵਾ, ਫੋਰ ਐਗਜ਼ਾਮਪਲ 5 ਤੋਂ ਲੈ ਕੇ 12 ਸਾਲ ਤੱਕ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਬੱਚਿਆਂ ਦੀ ਜਨਸੰਖਿਆ ਵਾ। ਉਹਦਾ ਮਤਲਬ ਇਹ ਆ ਕਿ ਉੱਥੇ ਜਿਹੜਾ ਜਨਸੰਖਿਆ ਪਿਰਾਮਿਡ ਆ ਉਹ ਕੀ ਆ? ਚੌੜਾ। ਹੁਣ ਸਾਨੂੰ ਕੁਐਸਚਨ 'ਚ ਆ ਗਿਆ
ਵੀ ਕਿਸੇ ਦੇਸ਼ ਦਾ ਜਨਸੰਖਿਆ ਪਿਰਾਮਿਡ ਚੌੜਾ ਵਾ ਤੇ ਪਰ ਉੱਪਰ ਜਾ ਕੇ ਸੁੰਗੜ ਜਾਂਦਾ। ਇਹਦਾ ਮਤਲਬ ਇਹ ਵੀ ਜਿਹੜੇ ਆ 5 ਤੋਂ ਲੈ ਕੇ 12-13 ਸਾਲ ਦੇ ਵਿੱਚ ਜਿਹੜੇ ਬੱਚੇ ਸੀ, ਕਿਉਂਕਿ ਪਹਿਲਾਂ ਤਾਂ ਬੱਚਿਆਂ ਦੀ ਜਨਸੰਖਿਆ ਜ਼ਿਆਦਾ ਸੀ, ਮਤਲਬ ਜਨਸੰਖਿਆ ਪਿਰਾਮਿਡ ਚੌੜਾ ਸੀ, ਪਰ ਕੀ ਹੋਇਆ ਕਿ ਇਹ ਜਿਹੜੇ ਯੰਗਸਟ ਬੱਚੇ ਹੀ ਇਹਨਾਂ ਦੀ ਡੈਥ ਹੋ ਗਈ, ਯਾਨੀ ਕਿ ਮੌਤ ਦਰ ਮਤਲਬ ਕਿ ਜਨਮ ਦਰ ਦੇ ਵਿੱਚ ਕਮੀ ਆ ਗਈ, ਬੱਚੇ ਜਨਮ ਲੈਣ ਵਾਲੇ ਘਟ ਗਏ ਤੇ ਮਤਲਬ ਮੌਤ ਜਿਹੜੀ ਆ ਜ਼ਿਆਦਾ ਹੋ ਗਈ ਬੱਚਿਆਂ ਦੀ, ਯਾਨੀ ਕਿ ਇਹ ਜਿਹੜਾ ਜਨਸੰਖਿਆ ਪਿਰਾਮਿਡ ਹੀ ਉੱਪਰ ਜਾ ਕੇ ਕੀ ਹੋਇਆ, ਸੁੰਗੜ ਗਿਆ। ਉੱਪਰ ਜਾ ਕੇ ਕੀ ਹੋ ਗਿਆ, ਸੁੰਗੜ ਗਿਆ। ਸਮਝ ਆਈ ਕਿ ਨਹੀਂ ਆਈ ਇਸ ਕੰਸੈਪਟ ਦੀ? ਮਤਲਬ ਕੀ ਹੋਇਆ ਵੀ ਪਹਿਲਾਂ ਤਾਂ ਬੱਚਿਆਂ ਦੀ ਜਨਸੰਖਿਆ ਜਿਹੜੀ ਸੀ ਉਹ ਜ਼ਿਆਦਾ ਸੀ, ਯਾਨੀ ਕਿ 5 ਤੋਂ ਲੈ ਕੇ 10 ਸਾਲ ਤੱਕ, 12 ਸਾਲ ਤੱਕ, 15 ਸਾਲ ਤੱਕ ਦੇ ਬੱਚੇ ਬਹੁਤ ਜ਼ਿਆਦਾ ਸੀ, ਹਨਾ, ਸਾਰੇ ਇਕੱਠੇ ਜਮਾਨ ਹੋ ਰਹੇ ਸੀ, ਜਨਸੰਖਿਆ ਪਿਰਾਮਿਡ ਚੌੜਾ ਸੀ। ਜਦੋਂ ਹੌਲੀ ਹੌਲੀ ਵੱਡੇ ਹੁੰਦੇ ਗਏ ਤੇ ਮੌਤ ਦਰ ਆਉਂਦੀ ਗਈ, ਮਤਲਬ ਕਿ ਮੌਤ ਹੁੰਦੀ ਗਈ, ਤੇ ਉਹਦੇ ਨਾਲ ਜਿਹੜਾ ਜਨਸੰਖਿਆ ਪਿਰਾਮਿਡ ਹੀ ਉੱਪਰ ਜਾ ਕੇ ਕੀ ਹੋ ਗਿਆ, ਸੁੰਗੜ ਗਿਆ। ਤੇ ਇੱਕ ਇਹਦੇ ਆਪੋਜ਼ਿਟ ਚੀਜ਼ ਯਾਦ ਰੱਖਣੀ ਆ, ਕਿਸੇ ਦੇਸ਼ ਦੇ ਵਿੱਚ ਬੱਚੇ ਜਿਹੜੇ ਆ ਜਾਂ ਯੰਗਰ ਜਿਹੜੇ ਆ, ਜਿੱਥੇ ਤੁਹਾਨੂੰ ਕੁਐਸਚਨ ਆ ਜਾਏ ਵੀ ਜਨਸੰਖਿਆ ਪਿਰਾਮਿਡ ਪਹਿਲਾਂ ਸੁੰਗੜ ਗਿਆ ਸੀ ਤੇ ਉੱਪਰ ਜਾ ਕੇ ਚੌੜਾ ਹੋ ਗਿਆ, ਉਹਨੂੰ ਉਲਟ ਕਰ ਦਿਓ ਵੀ ਉੱਥੇ ਪਹਿਲਾਂ ਮੌਤ ਦਰ ਜ਼ਿਆਦਾ ਸੀ ਤੇ ਬਾਅਦ ਵਿੱਚ ਜਨਮ ਦਰ ਜ਼ਿਆਦਾ ਹੋ ਗਈ। ਤੇ ਜੇ ਜਨਸੰਖਿਆ ਮਤਲਬ ਉੱਪਰ ਜਾ ਕੇ ਸੁੰਗੜ ਗਿਆ, ਉੱਥੇ ਮਤਲਬ ਪਹਿਲਾਂ ਜਨਮ ਦਰ ਜ਼ਿਆਦਾ ਸੀ, ਬਾਅਦ ਵਿੱਚ ਮੌਤ ਦਰ ਹੋ ਗਈ ਜ਼ਿਆਦਾ। ਸਮਝ ਆ ਗਈ? ਇਹ ਕਨਸੈਪਟ ਮੈਨੂੰ ਨਹੀਂ ਲੱਗਦਾ ਤੁਹਾਨੂੰ ਹੁਣ ਭੁੱਲੂਗਾ। ਇੱਦਾਂ ਦੇ ਹੀ ਕੁਐਸਚਨ ਜਿਹੜੇ ਆ ਸਾਡੇ ਪੇਪਰ ਦੇ ਵਿੱਚ ਆਉਂਦੇ ਆ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਹ ਸੀ ਸਾਡਾ ਸਾਰਾ ਦਾ ਸਾਰਾ ਜਿਹੜਾ ਚੈਪਟਰ, ਬਹੁਤ ਹੀ ਬਰੀਕੀ ਦੇ ਨਾਲ ਮੈਂ ਕਰਵਾਇਆ। ਮਾਨਵੀ ਸੰਸਾਧਨ ਕਿਸੇ ਕੋਈ ਵੀ ਦੇਸ਼ ਮਾਨਵੀ ਸੰਸਾਧਨ ਦੇ ਤੌਰ ਤੇ ਰਿਚਿਆ, ਇਹਦਾ ਮਤਲਬ ਇਹ ਵੀ ਉਹਦਾ ਜਨਸੰਖਿਆ ਪਿਰਾਮਿਡ ਬਹੁਤ ਵਧੀਆ, ਜਨਸੰਖਿਆ ਸੰਗਠਨ ਬਹੁਤ ਵਧੀਆ, ਮਤਲਬ ਉਸ ਦੇਸ਼ ਦੇ ਕੋਲ ਯੰਗਰ ਲੋਕ ਜ਼ਿਆਦਾ ਨੇ। ਜਿੰਨਾ ਯੰਗ ਲੋਕ ਹੋਣਗੇ ਓਨਾ ਜ਼ਿਆਦਾ ਪੜ੍ਹੇ ਲਿਖੇ ਹੋਣਗੇ, ਓਨਾ ਜ਼ਿਆਦਾ ਉਹ ਆਰਥਿਕ ਕੰਮਾਂ ਧੰਦਿਆਂ ਦੇ ਵਿੱਚ ਲੱਗੇ ਹੋਣਗੇ ਤੇ ਓਨਾ ਹੀ ਮਾਨਵੀ ਸੰਸਾਧਨ ਉਸ ਦੇਸ਼ ਦੇ ਕੋਲ ਜ਼ਿਆਦਾ ਹੋਣਗੇ। ਇਸੇ ਹੀ ਕਰਕੇ ਤੇ ਜਿਹੜੀ ਆ ਮਰਦਮਸ਼ੁਮਾਰੀ ਕੱਢੀ ਜਾਂਦੀ ਆ, ਜਨਸੰਖਿਆ ਦੇ ਅੰਕੜੇ ਕੱਢੇ ਜਾਂਦੇ ਆ, ਕਿੰਨੇ ਮਰਦਾਂ ਦੇ ਪਿੱਛੇ ਕਿੰਨੀਆਂ ਇਸਤਰੀਆਂ ਵਾ, ਕਿੰਨੇ ਯੰਗ ਲੋਕ ਆ, ਕਿੰਨੇ ਬੁੱਢੇ ਲੋਕ ਆ। ਇਹੋ ਹੀ ਤਾਂ ਸਾਰਾ ਫੰਡਾ ਆ, ਇਹੋ ਹੀ ਚੀਜ਼ਾਂ ਸਾਨੂੰ ਦੱਸਦੀਆਂ ਵਾ ਮਾਨਵੀ ਸੰਸਾਧਨਾਂ ਦੇ ਬਾਰੇ ਵਿੱਚ। ਇਹ ਸੀ ਸਾਡਾ ਸਾਰਾ ਦਾ ਸਾਰਾ ਚੈਪਟਰ, ਤੇ ਇਹਦੇ ਨਾਲ ਹੀ ਜਿਹੜੀ ਆ ਆਪਣੀ 6ਵੀਂ 7ਵੀਂ ਤੇ 8ਵੀਂ ਦੀ ਜਿਓਗ੍ਰਾਫੀ ਹੋ ਗਈ ਆ ਕੰਪਲੀਟ। ਤੇ ਆਪਾਂ ਅੱਗੇ ਵੀ ਜਿਓਗ੍ਰਾਫੀ ਕਰਦੇ ਰਵਾਂਗੇ। ਜਿਹੜੇ ਕੋਈ ਹੋਰ ਆਪਣੇ ਮਤਲਬ ਕਿ 6ਵੀਂ 7ਵੀਂ 8ਵੀਂ ਦੀਆਂ ਕਿਤਾਬਾਂ ਨੇ ਜਿਹੜੀ ਜਿਓਗ੍ਰਾਫੀ ਕਰਨੀ ਉਹ ਆਪਣੀ ਕੰਪਲੀਟ ਹੋ ਗਈ, ਪਰ ਮੈਂ ਇੱਥੇ ਇਹ ਨਹੀਂ ਕਹਿ ਰਹੀ ਵੀ ਆਪਾਂ ਜਿਓਗ੍ਰਾਫੀ ਬੰਦ ਕਰ ਦੇਣੀ ਆ, ਆਪਾਂ ਜਿਓਗ੍ਰਾਫੀ ਕਰਦੇ ਹੀ ਰਹਿਣਾ ਵਾ। ਸੋ ਬਹੁਤ ਥੋੜ੍ਹਾ ਜਿਹਾ ਦਿਲ ਨੂੰ ਸਕੂਨ ਮਿਲਿਆ, ਕਿਉਂਕਿ ਜਦੋਂ ਸਿਲੇਬਸ ਕਵਰ ਹੁੰਦਾ ਵਾ ਤੇ ਟੀਚਰ ਨੂੰ ਖੁਸ਼ੀ ਵੀ ਹੁੰਦੀ ਆ, ਹਨਾ। ਮਤਲਬ ਮੈਨੂੰ 2-2.5 ਮਹੀਨੇ ਹੋ ਗਏ ਜਿਓਗ੍ਰਾਫੀ ਲੱਗੀ ਨੂੰ, NCERT ਤੋਂ ਸਾਰੀ ਜਿਓਗ੍ਰਾਫੀ ਕਰਵਾਈ ਆ ਤੇ ਪੰਜਾਬ ਬੁੱਕ ਦੀਆਂ ਕਿਤਾਬਾਂ ਦੇ ਨਾਲ ਐਨਾਲਿਸਿਸ ਕਰਕੇ ਕਰਵਾਈ ਆ। ਪਰ ਇਹ ਜਿਹੜਾ ਟੌਪਿਕ ਸੀਗਾ ਇਹ ਸਾਡੇ ਪੰਜਾਬ ਬੋਰਡ ਦੀ ਬੁੱਕ ਤੇ ਨਹੀਂ ਸੀ ਹੈਗਾ, ਠੀਕ ਆ। ਸੋ ਹੁਣ ਸਾਡੀ ਜਿਓਗ੍ਰਾਫੀ ਹੋ ਗਈ ਆ ਕੰਪਲੀਟ, ਤੇ ਪਰ ਜਿਓਗ੍ਰਾਫੀ ਆਪਾਂ ਕਰਦੇ ਹੀ ਰਹਿਣਾ। ਇਹਦੇ ਨਾਲ ਆਪਾਂ ਕੀ ਕਰਾਂਗੇ ਕਿ ਭਾਰਤ ਦੀਆਂ ਸਾਰੀਆਂ ਨਦੀਆਂ ਰਹਿੰਦੀਆਂ ਵਾ ਉਹ ਪੜਾਂਗੇ, ਸੂਰਜੀ ਪਰਿਵਾਰ ਇੱਕ ਵਾਰੀ ਦੁਬਾਰੇ ਪੜਾਉਂਗੀ, ਹਨਾ। ਤੇ ਉਸ ਤੋਂ ਬਾਅਦ ਸਾਡੇ ਹੋਰ ਵਾਯੂਮੰਡਲ ਦੀਆਂ ਪਰਤਾਂ, ਧਰਤੀ ਦੀਆਂ ਪਰਤਾਂ, ਹਨਾ, ਸਾਡੇ ਕਿੰਨੇ ਜ਼ਿਆਦਾ ਚੱਕਰਵਾਤ, ਹਵਾਵਾਂ ਦੀਆਂ ਕਿਸਮਾਂ, ਹਨਾ। ਤੇ ਉਸ ਤੋਂ ਬਾਅਦ ਅਫਰੀਕਾ ਮਹਾਂਦੀਪ ਦੇ ਵਿੱਚ ਕਿਹੜੀ ਨਦੀ ਲੰਬੀ ਆ, ਕਿਹੜੀ ਵੱਡੀ ਆ, ਕਿਹੜੇ ਦੇਸ਼ ਨੂੰ ਕੀ ਕਿਹਾ ਜਾਂਦਾ ਵਾ, ਹਨਾ। ਇਹ ਸਾਰਾ ਮਤਲਬ ਜਿਓਗ੍ਰਾਫੀ ਦੇ ਵਿੱਚ ਕਾਫੀ ਚੀਜ਼ਾਂ ਸਾਡੀਆਂ ਜੇ ਪਈਆਂ ਵਾ। ਮਤਲਬ ਇਹ 6ਵੀਂ 7ਵੀਂ 8ਵੀਂ ਤੋਂ ਹਟ ਕੇ ਜਿਹੜੀਆਂ ਐਕਸਟਰਾ ਜਿਓਗ੍ਰਾਫੀ ਦੀਆਂ ਚੀਜ਼ਾਂ ਵਾ ਹੁਣ ਆਪਾਂ ਉਹਨਾਂ ਤੇ ਕੰਸੈਂਟਰੇਟ ਕਰਾਂਗੇ। ਸੋ ਇਹਦੀਆਂ 6ਵੀਂ ਦੀ ਪਲੇਲਿਸਟ ਬਣੀ ਪਈ ਆ, 7ਵੀਂ ਦੀ ਪਲੇਲਿਸਟ ਬਣੀ ਪਈ ਆ, 8ਵੀਂ ਦੀ ਪਲੇਲਿਸਟ ਬਣੀ ਪਈ ਆ। ਉਹ ਸਾਰੀਆਂ ਵੀਡੀਓ ਤੁਸੀਂ ਜ਼ਰੂਰ ਸਾਰਿਆਂ ਨੇ ਕਵਰ ਕਰ ਲੈਣੀਆਂ ਵਾ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।